सो मेरियो प्यारियो दादियो नानियो माताओ मासियो भैणों भरजाइयो बेटियो ਨੂੰਹੋ ਪੋਤੀਓ ਤੇ ਦੋਤੀਓ। ਇਹ ਕਲਿੱਪ ਸਿਰਫ ਤੁਹਾਡੇ ਵਾਸਤੇ ਔਰਤਾਂ ਵਾਸਤੇ ਹੀ ਪਾ ਰਿਹਾ ਹਾਂ। ਜੇਕਰ ਤੁਸੀਂ ਮੇਰੀਆਂ ਗੱਲਾਂ ਸੁਣ ਕੇ ਸੋਚਣ ਲੱਗ ਪਈਆਂ ਜਾਂ ਸੋਚਣ ਲਈ ਮਜਬੂਰ ਹੋਈਆਂ ਤਾਂ ਮੈਂ ਸਮਝਾਂਗਾ ਕਿ ਤੁਹਾਡਾ ਜ਼ਮੀਰ ਜਾਗ ਪਿਆ ਹੈ, ਤੁਸੀਂ ਆਪਣੀ ਸੁਰਤੀ ਕਾਇਮ ਕਰ ਲਈ ਹੈ। ਜੇਕਰ ਤੁਸੀਂ ਮੇਰੀਆਂ ਇਹ ਗੱਲਾਂ ਸੁਣ ਕੇ ਨਾ ਸੋਚਣ ਲੱਗੀਆਂ ਤੇ ਤਾਂ ਮੈਂ ਸਮਝਾਂਗਾ ਕਿ ਤੁਹਾਡੇ ਵਿੱਚ ਤੇ ਮੱਝਾਂ ਗਾਵਾਂ ਬੱਕਰੀਆਂ ਭੇਡਾਂ ਵਿੱਚ ਕੋਈ ਫਰਕ ਨਹੀਂ ਹੈ, ਕੋਈ ਅੰਤਰ ਨਹੀਂ ਹੈ। ਮੈਨੂੰ ਚਾਹੇ ਤੁਸੀਂ ਗਾਲਾਂ ਕੱਢਿਓ। ਫਿਰ ਸਿਰਫ 4,500 ਸਾਲ ਪਹਿਲਾਂ ਮੰਗੋਲੀਆ ਤੇ ਮੱਧ ਯੂਰੇਸ਼ੀਆ ਵਿੱਚੋਂ ਆਰੀਆ ਲੋਕ, ਵਿਦੇਸ਼ੀ ਲੋਕ ਭਾਰਤ ਵਿੱਚ ਆਏ ਅਤੇ ਉਹ ਸਿਰਫ ਇਕੱਲੇ ਮਰਦ ਲੁੱਟ ਘਸੁੱਟ ਦੀ ਨੀਤ ਨਾਲ ਆਏ ਸਨ। ਆਪਣੀਆਂ ਔਰਤਾਂ ਨੂੰ ਆਪਣੇ ਨਾਲ ਨਹੀਂ ਲਿਆਏ। ਉਦੋਂ ਗੱਡੀਆਂ, ਮੋਟਰਾਂ, ਟ੍ਰੇਨਾਂ, ਜਹਾਜ਼, ਸਾਈਕਲ, ਮੋਟਰਸਾਈਕਲ, ਸਕੂਟਰ, ਸਾਈਕਲ ਆਦਿ ਕੁਛ ਨਹੀਂ ਸੀ ਹੁੰਦਾ। ਸਿਰਫ ਲੋਕ ਜਾਨਵਰਾਂ ਦੀ ਸਵਾਰੀ ਕਰਦੇ ਸੀ, ਜਿਵੇਂ ਹਾਥੀ, ਘੋੜੇ, ਮੱਝਾਂ, ਗਾਈਆਂ ਵਗੈਰਾ 'ਤੇ ਸਫ਼ਰ ਕਰਦੇ ਸਨ। ਤਾਂ ਉਹਨਾਂ ਲੋਕਾਂ ਨੇ ਜੰਬੂ ਦੀਪ ਭਾਰਤ ਵਿੱਚ ਆ ਕੇ ਦੇਖਿਆ ਕਿ ਇਹ ਲੋਕ ਖੁਸ਼ਹਾਲ ਅਤੇ ਸੁਖੀ ਜੀਵਨ ਬਸਰ ਕਰਦੇ ਹਨ। ਅਤੇ ਵਿਦੇਸ਼ੀਆਂ ਆਰੀਆਂ ਨੇ ਭਾਰਤ ਦੇ ਲੋਕਾਂ ਨੂੰ ਲੁੱਟ ਘਸੁੱਟ ਕਰਕੇ ਉਹਨਾਂ ਦੇ ਘਰਾਂ ਨੂੰ ਅੱਗਾਂ ਲਾ ਕੇ ਸਾੜ ਦਿੱਤਾ। ਭਾਰਤ ਦੇ ਲੋਕਾਂ ਨੇ ਵੀ ਮੁਕਾਬਲਾ ਕੀਤਾ, ਪਰ ਉਹ ਲੋਕ ਛਾਤਰ, ਤੇਜ਼ ਅਤੇ ਫੁਰਤੀਲੇ ਸਨ। ਭੁੱਖਾ ਮਰਦਾ ਕੀ ਨਹੀਂ ਕਰਦਾ ਵਾਲੀ ਗੱਲ ਵਾਂਗੂ ਉਹਨਾਂ ਨੇ, ਵਿਦੇਸ਼ੀਆਂ ਨੇ ਸਾਡੇ ਲੋਕਾਂ ਨੂੰ ਬੁਰੀ ਤਰ੍ਹਾਂ ਤਹਿਸ਼ ਨਹਿਸ਼ ਕਰਕੇ ਭਾਰਤ ਵਿੱਚ ਹੀ ਹੌਲੀ ਹੌਲੀ ਵਸਣੇ ਸ਼ੁਰੂ ਹੋ ਗਏ। ਅਤੇ ਉਹ ਲੋਕ ਸੰਸਕ੍ਰਿਤ ਪੜ੍ਹੇ ਹੋਏ ਸਨ ਅਤੇ ਸਾਡੇ ਭਾਰਤ ਦੇ ਲੋਕਾਂ ਦੀ ਪਾਲੀ ਬੋਲੀ ਸੀ। ਭਾਰਤ ਦੇ ਲੋਕ, ਸਾਡੇ ਲੋਕ ਬਹੁਤ ਮਿਹਨਤੀ, ਇਮਾਨਦਾਰ, ਦੂਰ ਅੰਦੇਸ਼ੀ ਦੇ ਅਤੇ ਭੋਲੇ ਭਾਲੇ ਸਨ। ਵਿਦੇਸ਼ੀਆਂ ਨੇ ਸਾਡੇ ਰਾਜਿਆਂ ਨੂੰ, ਉਸ ਵੇਲੇ ਦੇ ਰਾਜੇ ਜਿਵੇਂ ਰਾਜਾ ਜਲੰਧਰੀ, ਰਾਜਾ ਰੋਪੜੀ ਅਤੇ ਹੋਰ ਕਈ ਰਾਜਿਆਂ ਨੂੰ ਲਾਲਚ ਦੇ ਕੇ ਜਾਂ ਧੋਖੇ ਨਾਲ ਮਾਰ ਕੇ ਉਹਨਾਂ ਦਾ ਰਾਜ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਸਾਡੇ ਲੋਕਾਂ ਨੂੰ ਕੰਮਾਂ ਵਿੱਚ ਵੰਡ ਦਿੱਤਾ ਅਤੇ ਸਾਡੇ ਸਮਾਜ ਦੀਆਂ ਉਸ ਵੇਲੇ ਦੀਆਂ ਔਰਤਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਕਿਉਂਕਿ ਉਹ ਲੋਕ ਆਪਣੀਆਂ ਔਰਤਾਂ ਨੂੰ ਨਾਲ ਨਹੀਂ ਲੈ ਕੇ ਆਏ ਸੀ। ਅਤੇ ਉਹਨਾਂ ਨੇ ਹੌਲੀ ਹੌਲੀ ਸਾਰੇ ਪਾਸੇ ਕਬਜ਼ਾ ਕਰ ਲਿਆ ਅਤੇ ਬਹੁਤ ਹੀ ਸ਼ਾਤਰ ਦਿਮਾਗ ਨਾਲ 4 ਵੇਦ ਲਿਖ ਦਿੱਤੇ, 6 ਸ਼ਾਸਤਰ ਲਿਖ ਦਿੱਤੇ, 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦ, 33 ਕਰੋੜ ਦੇਵੀ ਦੇਵਤੇ ਤਿਆਰ ਕਰ ਲੈ ਕੇ ਲੋਕਾਂ ਨੂੰ ਇਸ ਚੱਕਰ ਵਿੱਚ ਪਾ ਦਿੱਤਾ ਜਾਵੇ ਅਤੇ ਔਰਤ ਦਾ ਨਾਂ ਨਿਸ਼ਾਨ ਖਤਮ ਕਰ ਦਿੱਤਾ। ਅਤੇ ਰਿਗਵੇਦ ਵਿੱਚ ਲਿਖ ਦਿੱਤਾ ਕਿ ਬ੍ਰਾਹਮਣ ਦੇ ਮੁੱਖ ਵਿੱਚੋਂ ਬ੍ਰਾਹਮਣ ਪੈਦਾ ਹੋਇਆ, ਡੌਲਿਆਂ ਵਿੱਚੋਂ ਕਸ਼ੱਤਰੀ, ਜਾਂਘਾਂ ਵਿੱਚੋਂ ਵੈਸ਼ ਅਤੇ ਪੈਰਾਂ ਵਿੱਚੋਂ ਸ਼ੂਦਰ ਪੈਦਾ ਹੋਇਆ। ਅਤੇ ਔਰਤ ਦਾ ਜ਼ਿਕਰ ਕਿਤੇ ਨਹੀਂ ਕੀਤਾ ਕਿ ਔਰਤ ਕਿੱਥੋਂ ਪੈਦਾ ਹੋਈ। ਸਿਮਰਤੀਆਂ ਵਿੱਚ, ਗ੍ਰੰਥਾਂ ਵਿੱਚ ਨਿਰਾਦਰ ਕੀਤਾ ਗਿਆ ਔਰਤ ਦਾ। ਗ੍ਰੰਥਾਂ ਨੂੰ ਧਾਰਮਿਕ ਬਣਾ ਕੇ ਉਹਨਾਂ ਦੀ ਪੂਜਾ ਕਰਨ ਲੱਗ ਪਏ ਅਤੇ 68 ਤੀਰਥ ਸਥਾਨ ਬਣਾ ਦਿੱਤੇ ਅਤੇ ਔਰਤ ਨੂੰ ਅਨਪੜ੍ਹ ਰੱਖਣਾ ਅਤੇ ਲੜਕੀ ਨੂੰ ਜੰਮਦੀ ਨੂੰ ਮਾਰ ਦੇਣਾ ਜਾਂ 8 ਸਾਲ ਦੀ ਲੜਕੀ ਤੋਂ ਪਹਿਲਾਂ ਉਹਦਾ ਵਿਆਹ ਕਰ ਦੇਣਾ ਤਾਂ ਕਿ ਉਸ ਨੂੰ ਕੋਈ ਸਮਝ ਨਾ ਆ ਸਕੇ। ਔਰਤ ਨੂੰ ਕੋਈ ਸਮਝ ਨਾ ਆ ਸਕੇ। ਅਗਰ ਔਰਤ ਸਮਝ ਗਈ ਤਾਂ ਉਹ 3 ਪੀੜ੍ਹੀਆਂ ਨੂੰ ਸਮਝਾ ਦੇਵੇਗੀ, ਸੱਚ ਦੱਸ ਦੇਵੇਗੀ। ਇਸ ਕਰਕੇ ਔਰਤ ਨੂੰ ਧਾਰਮਿਕ ਗ੍ਰੰਥਾਂ ਵਿੱਚ ਨੀਚ, ਨਿਕੰਮੀ, ਕੁਲੱਛਣੀ, ਕਲੈਣੀ, ਪੈਰ ਦੀ ਜੁੱਤੀ, ਵੱਧ ਚੱਲਣ ਅਤੇ ਡੈਣ, ਚੁੜੇਲ, ਭੂਤਨੀ, ਬਦਕਾਰ, ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੈ। ਜਿਵੇਂ ਰਿਗਵੇਦ ਵਿੱਚ 10, 85, 45 ਇੱਕ ਔਰਤ ਨਾਲ 11 ਮਰਦ ਸੰਗ ਕਰ ਸਕਦੇ ਹਨ। ਅਥਰਵ ਵੈਦ ਵਿੱਚ ਲਿਖਿਆ ਹੈ ਜਦੋਂ ਕਿਸੇ ਔਰਤ ਦੇ ਦੂਸਰੇ ਵਰਨਾਂ ਦੇ 10 ਆਦਮੀ ਹੋਣ ਅਤੇ ਬ੍ਰਾਹਮਣ ਉਸ ਨੂੰ ਆਪਣੀ ਪਤਨੀ ਬਣਾ ਲਵੇ ਤਾਂ ਉਹ ਔਰਤ ਬ੍ਰਾਹਮਣ ਦੀ ਹੀ ਪਤਨੀ ਰਹੇਗੀ। ਅਤੇ ਤੁਲਸੀਦਾਸ ਰਮਾਇਣ ਤਾਂ ਇੱਥੋਂ ਤੱਕ ਕਹਿੰਦੀ ਕਿ ਔਰਤ ਦਾ ਹਿਰਦਾ ਸਾਰੇ ਕਪਟਾਂ, ਪਾਪਾਂ ਅਤੇ ਔਗਣਾਂ ਦੀ ਖਾਣ ਹੈ। ਔਰਤਾਂ ਸੁਭਾਅ ਤੋਂ ਹੀ ਗਿਆਨਹੀਣ ਹੁੰਦੀਆਂ ਹਨ, ਮੂਰਖ ਹੁੰਦੀਆਂ ਹਨ, ਗੁੱਤ ਪਿੱਛੇ ਮੱਤ ਹੁੰਦੀ ਹੈ। ਇੱਦਾਂ ਦੀਆਂ ਗੱਲਾਂ ਇਹਨਾਂ ਰਿਗਵੇਦਾਂ ਦੇ ਵਿੱਚ, ਇਹਨਾਂ ਤੁਲਸੀਦਾਸ ਦੀਆਂ ਰਮਾਇਣਾਂ ਦੇ ਵਿੱਚ ਅਤੇ ਮਨੂ ਸਿਮਰਤੀ ਦੇ ਵਿੱਚ ਲਿਖੀਆਂ ਹਨ ਕਿ ਵਿਧਵਾ ਔਰਤ ਨੂੰ ਮੁੜ ਸਾਰੀ ਜ਼ਿੰਦਗੀ ਦੁਬਾਰਾ ਵਿਆਹ ਕਰਾਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ, ਸਗੋਂ ਔਰਤ ਨੂੰ ਪਤੀ ਦੇ ਨਾਲ ਹੀ ਜਲ ਦੀ ਚਿਖਾ ਦੇ ਵਿੱਚ ਤਿਆਰ ਹੋ ਕੇ ਗਹਿਣੇ ਗੱਟੇ ਪਾ ਕੇ ਬੈਠ ਜਾਣਾ ਚਾਹੀਦਾ ਅਤੇ ਨਾਲ ਹੀ ਉਹਨੂੰ ਮਰ ਜਾਣਾ ਚਾਹੀਦਾ, ਜਲ ਜਾਣਾ ਚਾਹੀਦਾ ਹੈ। ਤਾਂ ਇਸ ਕਰਕੇ ਔਰਤ ਨੂੰ ਇੰਨੀ ਜਲੀਲ ਕੀਤਾ ਕਿ ਔਰਤ ਨਿਮਾਣੀ, ਨਿਤਾਣੀ, ਬੇਆਸਰੀ ਬਣ ਕੇ ਰਹਿ ਗਈ। ਤਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਕਿਹਾ ਕਿ ਮੈਂ ਔਰਤ ਦੀ ਉੱਨਤੀ ਅਤੇ ਉਸ ਦੀ ਆਜ਼ਾਦੀ ਵਾਸਤੇ ਲੜਨ ਵਾਲਾ ਯੋਧਾ ਰਿਹਾ ਹਾਂ।
ਮੈਂ ਔਰਤ ਦਾ ਦਰਜਾ ਉੱਚਾ ਕਰਨ ਤੇ ਉਸ ਦਾ ਰੁਤਬਾ ਵਧਾਉਣ ਵਾਸਤੇ ਕਾਫੀ ਸੰਘਰਸ਼ ਵੀ ਕੀਤਾ ਹੈ। ਔਰ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਵੀ ਇਹ ਗੱਲ ਕਹੀ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਕਿ ਜਿਹੜੇ ਰਾਜਿਆਂ ਨੂੰ ਪੈਦਾ ਕਰਦੀ ਹੈ ਉਹਨੂੰ ਕਿਉਂ ਮੰਦਾ ਆਖਦੇ ਹੋ। ਔਰ ਗੁਰੂਆਂ ਪੀਰਾਂ ਦੀ ਇਸ ਗੱਲ ਨੂੰ ਅੱਗੇ ਵਧਾਇਆ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ। ਉਹਨਾਂ ਨੇ ਸੰਵਿਧਾਨ ਦੇ ਵਿੱਚ ਔਰਤ ਨੂੰ ਹੱਕ ਲੈ ਕੇ ਦਿੱਤੇ ਔਰ ਐਕਸਟਰਾ ਵੱਖਰਾ ਇੱਕ ਹਿੰਦੂ ਕੋਡ ਬਿੱਲ ਔਰਤ ਦੇ ਹੱਕ ਦੇ ਵਿੱਚ ਬਣਾਇਆ। ਤਾਂ ਅੱਜ ਦੀ ਔਰਤ, ਜਿਸ ਮਨੁੱਖ ਨੇ ਔਰਤਾਂ ਦੀ ਲੜਾਈ ਲੜੀ, ਵਿਸ਼ੇਸ਼ ਜੰਗ ਲੜੀ ਜਿਸ ਔਰਤਾਂ ਦੀ ਖਾਤਰ, ਉਸ ਮਨੁੱਖ ਨੂੰ ਜਾਣਦੀਆਂ ਨਹੀਂ, ਉਸ ਵਿਅਕਤੀ ਦਾ ਨਾਂ ਤੱਕ ਨਹੀਂ ਜਾਣਦੀਆਂ ਔਰਤਾਂ। ਅੱਜ ਜੇਕਰ ਔਰਤ ਥਾਣੇਦਾਰ, SHO, DSP, SSP, DGP, ਤਹਿਸੀਲਦਾਰ, SDM, DC, ਕਮਿਸ਼ਨਰ, ਅਧਿਆਪਕ, ਪ੍ਰਿੰਸੀਪਲ, DEO, DPG, ਜੱਜ, ਇੰਜੀਨੀਅਰ, ਡਾਕਟਰ, ਪਾਇਲਟ, ਸਾਇੰਸਦਾਨ, ਪੰਚ, ਸਰਪੰਚ, MLA, MP, ਰਾਜ ਸਭਾ ਦੀ ਮੈਂਬਰ, ਰਾਜ ਸਭਾ ਦੀ ਮੰਤਰੀ, ਮੁੱਖ ਮੰਤਰੀ, ਕੇਂਦਰੀ ਮੰਤਰੀ, ਪ੍ਰਧਾਨ ਮੰਤਰੀ, ਇੱਥੋਂ ਤੱਕ ਕਿ ਰਾਸ਼ਟਰਪਤੀ ਵੀ ਰਹਿ ਚੁੱਕੀ ਹੈ। ਇਹ ਸਾਰੀਆਂ ਜੋ ਪਦਵੀਆਂ ਹਨ ਇਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਬਦੌਲਤ ਦਿੱਤੀਆਂ ਹਨ। ਵਰਨਾ ਹਿੰਦੂ ਧਰਮ ਗ੍ਰੰਥਾਂ ਵਿੱਚ ਤਾਂ ਔਰਤ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੋਇਆ ਹੈ। ਇਸ ਕਰਕੇ ਵੇਦਾਂ ਵਿੱਚ ਕਿਹਾ ਗਿਆ ਕਿ ਔਰਤ ਨੂੰ ਅਕਲ ਬਹੁਤ ਥੋੜ੍ਹੀ ਹੁੰਦੀ ਹੈ, ਔਰਤਾਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹਨਾਂ ਦੇ ਦਿਲ ਲੱਕੜ ਬੱਗੇ ਦੇ ਦਿਲ ਵਾਂਗ ਬੇਰਹਿਮ ਹੁੰਦੇ ਹਨ। ਗੀਤਾ ਵਿੱਚ ਔਰਤ ਨੂੰ ਪਾਪ ਜੌਨ ਕਿਹਾ ਹੈ। ਮਹਾਭਾਰਤ ਵਿੱਚ ਔਰਤ ਨੂੰ ਇਨਸਾਨ ਨਹੀਂ ਬੇਜਾਨ ਵਸਤੂ ਦਾ ਦਰਜਾ ਦਿੱਤਾ ਗਿਆ ਹੈ। ਚਾਣਕੀਆ ਸ਼ਾਸਤਰਾਂ ਵਿੱਚ ਔਰਤ ਨੂੰ ਬੇਵਫਾ ਕਿਹਾ ਹੈ। ਬ੍ਰਾਹਮਣ ਗ੍ਰੰਥਾਂ ਵਿੱਚ ਔਰਤ ਨੂੰ ਦੁੱਖਾਂ ਦਾ ਘਰ ਕਿਹਾ ਗਿਆ ਹੈ। ਪ੍ਰਸ਼ਨੋਤਰੀ ਵਿੱਚ ਔਰਤ ਨੂੰ ਨਰਕ ਦਾ ਦੁਆਰ ਕਿਹਾ ਗਿਆ ਹੈ। ਮਨੂ ਸਿਮਰਤੀ ਵਿੱਚ ਔਰਤ ਨੂੰ ਜਨਮ ਤੇ ਸੁਭਾਅ ਤੋਂ ਹੀ ਨਹਿਸ਼ ਕਰਾਰ ਦਿੱਤਾ ਗਿਆ ਹੈ। ਉਸਨੇ ਕਿਹਾ ਕਿ ਪੁਰਸ਼ਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਣਾ ਔਰਤਾਂ ਦਾ ਸੁਭਾਅ ਹੈ। ਔਰਤ ਕਦੇ ਵੀ ਆਜ਼ਾਦ ਨਹੀਂ ਹੋਣੀ ਚਾਹੀਦੀ। ਔਰਤ ਬਚਪਨ ਵਿੱਚ ਔਰਤਾਂ ਆਪਣੇ ਪਿਤਾ ਦੇ ਅਧੀਨ, ਜਵਾਨੀ ਵਿੱਚ ਪਤੀ ਦੇ ਅਧੀਨ, ਬੁਢਾਪੇ ਵਿੱਚ ਪੁੱਤਰਾਂ ਦੇ ਅਧੀਨ ਰਹਿਣੀਆਂ ਚਾਹੀਦੀਆਂ ਹਨ। ਪੀਲੂ ਨੇ ਔਰਤ ਨੂੰ ਖੁਰੀ ਮੱਤ ਕਿਹਾ ਹੈ। ਕਾਦਰ ਯਾਰ ਨੇ ਡਾਢੀ ਜਾਤ ਕਿਹਾ ਹੈ। ਤੁਲਸੀਦਾਸ ਨੇ ਰਮਾਇਣ ਵਿੱਚ ਲਿਖਿਆ, ਢੋਲ ਗਵਾਰ ਪਸ਼ੂ ਸ਼ੂਦਰ ਔਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਅਰਥਾਤ ਢੋਲ ਗਵਾਰ ਅਤੇ ਸ਼ੂਦਰ ਦੇ ਨਾਲ ਨਾਲ ਔਰਤ ਨੂੰ ਵੀ ਤਾੜ ਕੇ ਰੱਖਣਾ ਚਾਹੀਦਾ ਹੈ। ਔਰ ਇਹ ਸੋਚਣਾ ਚਾਹੀਦਾ ਹੈ ਔਰਤਾਂ ਨੂੰ ਕਿ ਸਾਨੂੰ ਇਹ ਆਜ਼ਾਦੀ ਕਿਸ ਨੇ ਦਿੱਤੀ ਔਰ ਅਸੀਂ ਇਹ ਜੋ ਆਜ਼ਾਦੀ ਦਾ ਨਿੱਘ ਮਾਣ ਰਹੀਆਂ ਹਨ, ਇਹਦੇ ਪਿੱਛੇ ਕੋਈ ਭਗਵਾਨ, ਕੋਈ ਦੇਵਤਾ, ਕੋਈ ਅਵਤਾਰ ਨਹੀਂ ਹੈ। ਸਿਰਫ ਤੇ ਸਿਰਫ ਇੱਕੋ ਹੀ ਇੱਕ ਸਾਡਾ ਭਗਵਾਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਹੈ, ਜਿਸ ਨੇ ਸੰਵਿਧਾਨ ਦੇ ਵਿੱਚ ਬਰਾਬਰ ਦੇ ਹੱਕ ਦਿੱਤੇ ਔਰ ਹਿੰਦੂ ਕੋਡ ਬਿੱਲ ਲਿਆ ਕੇ ਔਰਤ ਨੂੰ, ਉਸ ਨੂੰ ਬਰਾਬਰ ਕੀਤਾ ਮਰਦ ਦੇ, ਔਰ ਉਸ ਨੂੰ ਪੂਰੇ ਹੱਕ ਅਧਿਕਾਰ ਲੈ ਕੇ ਦਿੱਤੇ। ਤਾਂ ਔਰਤਾਂ ਨੂੰ ਭੁੱਲਣਾ ਨਹੀਂ ਚਾਹੀਦਾ ਔਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਸ ਨੇ ਉਹਨਾਂ ਦੀ ਆਜ਼ਾਦੀ ਲਈ ਇਹ ਕਦਮ ਚੁੱਕਿਆ ਔਰ ਉਹ ਇੱਕ ਮਹਾਨ ਯੋਧਾ ਬਣ ਕੇ ਨਿਤਰੇ ਔਰਤਾਂ ਦੇ ਹੱਕ ਦੇ ਵਿੱਚ। ਔਰ ਔਰਤਾਂ ਨੂੰ ਭੁੱਲਣਾ ਨਹੀਂ ਚਾਹੀਦਾ ਬਾਬਾ ਸਾਹਿਬ ਨੂੰ। ਹਰ ਇੱਕ ਔਰਤ ਦਾ ਫਰਜ਼ ਬਣਦਾ ਹੈ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਪੜ੍ਹਨ ਔਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਫੋਟੋ ਆਪਣੇ ਘਰ ਰੱਖਣ ਔਰ ਬਾਕੀ ਦੇਵੀ ਦੇਵਤਿਆਂ ਦੇ ਫੋਟੋ ਕੱਢ ਕੇ ਬਾਹਰ ਸਿੱਟਣ। ਇਹੀ ਮੇਰੀ ਸਾਰੀ ਬੀਬੀਆਂ ਭੈਣਾਂ ਨੂੰ ਗੁਜ਼ਾਰਿਸ਼ ਹੈ, ਬੇਨਤੀ ਹੈ, ਅਰਜ਼ ਹੈ ਔਰ ਇਹ ਮੇਰਾ ਹੁਕਮ ਹੈ। ਅਗਰ ਕੋਈ ਬੀਬੀ ਮੈਨੂੰ ਗੁੱਸੇ ਹੋ ਕੇ ਗਾਲਾਂ ਵੀ ਕੱਢੇ ਤਾਂ ਮੈਨੂੰ ਮਨਜ਼ੂਰ ਹੈ, ਪਰ ਮੈਨੂੰ ਬਾਬਾ ਸਾਹਿਬ ਘਰ ਦੇ ਵਿੱਚ ਰੱਖਣਾ ਨਾ ਮਨਜ਼ੂਰ ਨਹੀਂ ਹੈ। ਮੈਂ ਜ਼ਰੂਰ ਇਹ ਬੇਨਤੀ ਕਰਦਾ ਹਾਂ ਕਿ ਸਾਰੀਆਂ ਬੀਬੀਆਂ ਆਪਣੇ ਆਪਣੇ ਘਰਾਂ ਦੇ ਵਿੱਚ, ਆਪਣੇ ਆਪਣੇ ਰੂਮਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਫੋਟੋ ਰੱਖਣ ਔਰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ, ਆਪਣੇ ਆਉਣ ਵਾਲੇ ਬੱਚਿਆਂ ਨੂੰ ਬਾਬਾ ਸਾਹਿਬ ਬਾਰੇ ਦੱਸਣ। ਤਾਂ ਹੀ ਬਾਬਾ ਸਾਹਿਬ ਦਾ ਮਿਸ਼ਨ ਅੱਗੇ ਵੱਧ ਸਕਦਾ ਹੈ ਔਰ ਔਰਤਾਂ ਉਸ ਮਿਸ਼ਨ ਨੂੰ ਅੱਗੇ ਵਧਾਉਣ ਦੇ ਵਿੱਚ ਪੂਰਾ ਆਪਣਾ ਰੋਲ ਅਦਾ ਕਰ ਸਕਦੀਆਂ ਹਨ, ਅਗਰ ਉਹ ਖੁਦ ਸਮਝ ਜਾਣ। ਤਾਂ ਉਹ ਗ੍ਰੰਥ ਇਸੇ ਕਰਕੇ, ਧਾਰਮਿਕ ਗ੍ਰੰਥ ਜੋ ਹਿੰਦੂ, ਇਸੇ ਕਰਕੇ ਉਹ ਔਰਤ ਨੂੰ ਅੱਗੇ ਨਹੀਂ ਸੀ ਲੈ ਕੇ ਆਉਣਾ ਚਾਹੁੰਦੇ ਕਿ ਅਗਰ ਔਰਤ ਅੱਗੇ ਆ ਗਈ ਤਾਂ ਔਰਤ 3 ਪੀੜ੍ਹੀਆਂ ਨੂੰ ਸੁਧਾਰ ਸਕਦੀ ਹੈ, 3 ਪੀੜ੍ਹੀਆਂ ਦਾ ਕਲਿਆਣ ਕਰ ਸਕਦੀ ਹੈ। ਤਾਂ ਇਸ ਕਰਕੇ ਸਾਰੀਆਂ ਔਰਤਾਂ ਨੂੰ, ਬੀਬੀਆਂ ਨੂੰ, ਮਾਈਆਂ ਨੂੰ, ਭੈਣਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਤੋਂ ਹੀ ਇਹ ਗੱਲ ਸੁਣ ਕੇ
ਬਾਬਾ ਸਾਹਿਬ ਦਾ ਨਾਮ ਜਪੋ, ਬਾਬਾ ਸਾਹਿਬ ਨੂੰ ਮੰਨੋ ਔਰ ਬਾਬਾ ਸਾਹਿਬ ਦਾ ਫੋਟੋ ਆਪਣੇ ਘਰ ਰੱਖੋ ਔਰ ਬਾਬਾ ਸਾਹਿਬ ਦੀ ਜੀਵਨੀ ਪੜ੍ਹੋ ਔਰ ਆਪਣੇ ਬੱਚਿਆਂ ਨੂੰ ਪੜ੍ਹਾਓ। ਜੈ ਭੀਮ, ਜੈ ਭਾਰਤ, ਕੇਵਲ ਸਿੰਘ।